ਤੂੰ ਜਨ ਕੈ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂ ਕਰਹਿ ਕਰਾਵਹਿ ਸੁਆਮੀ। ਸਾ ਮਸਲਤ ਪਰਵਾਣ, ਪਤ ਪਰਮੇਸ਼ਰ ਗਤ ਨਾਰਾਇਣ। ਧਨ ਗੋਪਾਲ ਗੁਣ ਸਾਖੀ, ਚਰਨ ਸ਼ਰਨ ਨਾਨਕ ਦਾਸ ਹਰ ਹਰ। ਸੰਤੀ ਇਹ ਬਿਦ ਜਾਤੀ, ਤਨਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਆਪਦਾ ਭਈ ਬੀਤੀਤ ਰਹਾਉ। ਪ੍ਰਗਟ ਕੀਨੇ ਪ੍ਰਭ ਕਰਨ ਹਾਰੇ, ਨਾਸਣ ਭਾਜਣ ਥਾਕੇ। ਘਰ ਮੰਗਲ ਵਾਜਹਿ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ। ਜਿਨ ਕੇ ਜੀਤ ਨਹੀਂ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ। ਜਿਨ ਕੈ ਜੀਤ ਨਹੀਂ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਵਿੱਤਰ ਹੁਕਮਨਾਮਾ ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ।
ਪਿਆਰ ਦੇ ਨਾਲ ਪਹਿਲਾਂ ਪੰਜਾਬੀ ਤੇ ਬਾਅਦ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। ਸੋ today's ਹੁਕਮਨਾਮਾ is blessing from Sachkhand Shri Harmandir Sahib. Please listen to the translation with Satguru's Kirpa in Punjabi to start with for first 10 minutes and then followed by translation in English. ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਫਰਮਾਉਂਦੇ ਹਨ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਜਿਹੜੇ ਪਰਮੇਸ਼ਰ ਨੇ, ਜਿਹੜੇ ਵਾਹਿਗੁਰੂ ਨੇ ਤੈਨੂੰ ਦੁਨੀਆ 'ਚ ਭੇਜਿਆ ਸੀ, ਉਹਨੇ ਹੁਣ ਤੈਨੂੰ ਆਪਣੇ ਅਸਲੀ ਘਰ ਦੇ ਵਿੱਚ ਵਾਪਸ ਬੁਲਾ ਲਿਆ ਤੇ ਹੁਣ ਸੁੱਖ ਤੇ ਸਹਿਜ ਨਾਲ ਤੂੰ ਆਪਣੇ ਘਰ ਦੇ ਵਿੱਚ ਆਨੰਦ ਮਾਣ। ਆਨੰਦ ਮੰਗਲ ਗੁਣ ਗਾਓ ਸਹਿਜ ਤੁਨ, ਨਿਹਚਲ ਰਾਜ ਕਮਾਓ। ਪਿਆਰਿਆ, ਇਹ ਦੁਨੀਆ ਦੇ ਵਿੱਚ ਰਾਜ ਨੂੰ ਕਮਾ, ਤੈਨੂੰ ਰਾਜ ਦੀ ਪ੍ਰਾਪਤੀ ਹੋਏਗੀ ਜੇ ਤੂੰ ਆਪਣੇ ਅਸਲ ਘਰ ਦੇ ਵਿੱਚ ਆ ਜਾਏ। ਸੋ ਪਹਿਲੇ ਆਪਾਂ ਸਮਝਣਾ ਵੀ ਅਸਲ ਘਰ ਕਿਹੜਾ। ਸਾਧ ਸੰਗਤ ਜੀ, ਇੱਕ ਅਸੀਂ ਦੁਨਿਆਵੀ ਐਡਰੈਸ ਰੱਖਿਆ, ਜਿਹੜੇ ਘਰ ਦਾ ਅਸੀਂ ਐਡਰੈਸ ਸਾਰਿਆਂ ਨੂੰ ਦਿੰਦੇ ਹਾਂ ਵੀ ਚਿੱਠੀ ਪੱਤਰ ਘਰ ਆ ਜਾਏ। ਜਦੋਂ ਕੋਈ ਘਰ ਲੈਣਾ ਹੋਏ, ਮੋਰਗੇਜ ਲੈਣੀ ਹੋਏ ਤੇ ਫਿਰ ਵੀ ਘਰ ਦਾ ਐਡਰੈਸ ਦੇਣਾ ਪੈਂਦਾ। ਫਿਰ ਸਾਧ ਸੰਗਤ ਜੀ, ਪਾਸਪੋਰਟ ਜਿਹੜਾ ਹੁੰਦਾ ਉਹ ਸਾਡੀ ਆਈਡੀ ਆ, ਆਇਡੈਂਟੀਟੀ ਆ, ਪਹਿਚਾਣ ਆ। ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਹੋਏ ਤੇ ਸਾਧ ਸੰਗਤ ਜੀ ਪਾਸਪੋਰਟ ਦਿਖਾਉਣਾ ਪੈਂਦਾ, ਉਹਦੇ 'ਚ ਘਰ ਦਾ ਐਡਰੈਸ ਲਿਖਿਆ ਹੁੰਦਾ। ਗੁਰੂ ਮਹਾਰਾਜ ਫਰਮਾਉਂਦੇ ਵੀ ਉਹ ਜਿਹੜਾ ਘਰ ਦਾ ਐਡਰੈਸ ਲਿਖਿਆ ਉਹ ਅਸਲੀ ਘਰ ਨਹੀਂ। ਪਰ ਅਸਲ ਦੇ ਵਿੱਚ ਫਿਰ ਕਿਹੜਾ ਘਰ ਹੈ? ਗੁਰੂ ਮਹਾਰਾਜ ਫਰਮਾਉਂਦੇ ਹਨ ਸੋਹਲੇ ਦੀ ਬਾਣੀ ਦੇ ਵਿੱਚ, ਇਹ ਸੰਸਾਰ ਬੇਕਾਰ ਸੰਸੇ ਮੇ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਏ ਬਿਹਾਜੋ, ਹਰ ਗੁਰਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਨਿਜ ਘਰ, ਨਿਜ ਭਾਵ ਆਪਣਾ ਅਸਲੀ। ਜੇ ਤੂੰ ਆਪਣੇ ਅਸਲੀ ਘਰ ਦੇ ਵਿੱਚ ਆ ਜਾਏ ਤੇ ਫਿਰ ਤੈਨੂੰ ਜਨਮ ਮਰਨ ਦਾ ਗੇੜਾ ਨਹੀਂ ਪਏਗਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਜਿਹੜਾ ਤੇਰਾ ਅਸਲੀ ਘਰ ਹੈ ਉਹਦੇ ਵਿੱਚ ਪਰਮਾਤਮਾ ਦਾ ਮਹਿਲ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਉਹ ਸਾਡਾ ਅਸਲ ਘਰ ਸਾਧ ਸੰਗਤ ਜੀ ਸਾਡਾ ਮਨ ਹੈ। ਸਾਡਾ ਮਨ ਬਾਹਰ ਦੌੜਦਾ। ਜਦੋਂ ਕੋਈ ਚੀਜ਼ ਦੀ ਪ੍ਰਾਪਤੀ ਹੁੰਦੀ ਆ ਤੇ ਮਨ ਬਹੁਤ ਖੁਸ਼ ਹੁੰਦਾ। ਜਦੋਂ ਕੋਈ ਨੁਕਸਾਨ ਹੋ ਜਾਏ ਤੇ ਮਨ ਪੀੜਿਤ ਹੋ ਜਾਂਦਾ। ਪਰ ਗੁਰੂ ਮਹਾਰਾਜ ਕਹਿੰਦੇ ਨੇ, ਤੇਰਾ ਮਨ ਖੁਸ਼ੀ ਬਣਾਉਂਦਾ ਕਦੀ ਸੋਗ ਦੇ ਵਿੱਚ ਚਲਾ ਜਾਂਦਾ। ਕਿਉਂ? ਤੇਰਾ ਮਨ ਬਾਹਰ ਦੌੜਦਾ, ਬਾਹਰ। ਤੂੰ ਆਪਣੇ ਨਿਜ ਘਰ ਦੇ ਵਿੱਚ ਆ, ਭਾਵ ਆਪਣੀ ਸੁਰਤ ਨੂੰ, ਆਪਣੇ ਖਿਆਲਾਂ ਨੂੰ ਤਬਦੀਲ ਕਰਕੇ ਗੁਰੂ ਦੀ ਬਾਣੀ ਗਾ, ਉਸ ਵਾਹਿਗੁਰੂ ਦਾ ਨਾਮ ਜਪ, ਤਾਂ ਕਿ ਤੇਰੇ ਆਲੇ ਦੁਆਲੇ ਭਾਵੇਂ ਬੰਬ ਫਟ ਜਾਏ, ਭਾਵੇਂ ਭੁਚਾਲ ਆ ਜਾਏ, ਤੇਰੀ ਸੁਰਤ ਪ੍ਰਮਾਤਮਾ ਨਾਲ ਜੁੜ ਜਾਏ। ਇਹਨੂੰ ਕਹਿੰਦੇ ਨਿਜ ਘਰ। ਫਿਰ ਤੈਨੂੰ ਦੁਬਾਰਾ ਫੇਰਾ ਨਹੀਂ ਹੋਏਗਾ, ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਏਗਾ। ਗੁਰੂ ਮਹਾਰਾਜ ਫਰਮਾਉਂਦੇ ਹਨ ਬਾਣੀ ਦੇ ਵਿੱਚ, ਬਹੁਤ ਪਿਆਰਾ ਸ਼ਬਦ ਹੈ, ਕਬਹੂ ਜੀੜਾ ਉਬ ਚੜਤ ਹੈ। ਜੀੜਾ ਦਾ ਭਾਵ ਮਨ, ਜੀ। ਕਦੇ ਮਨ ਬਹੁਤ ਉੱਚਾ ਚਲਾ ਜਾਂਦਾ, ਖੁਸ਼ੀ ਦੇ ਵਿੱਚ ਆ ਜਾਂਦਾ,
कबहू जाए प्याले, कदी जाके बोट ढह जाता थले, प्याल धरती के थले चला जाता, भाव उदास हो जाता। लोभी जेड़ा थिर ना रहत है, चारे कुंडा भाले। यह क्यों हुंदा? लोभ करके, मन लोभी आ ते चार दिशावां दे विच कुंडां दे विच नसदा फिरदा। सो गुरु महाराज बड़े प्यार नाल समझाउंदे भी आनंद मंगल गुण गाओ, सहज धुन नेचल राज कमाओ। अपने घर च आ जाओ, अपनी सुरत उस ओंकार की धुन दे विच जोड़ लो। पहला शब्द गुरु ग्रंथ साहब का एक ओंकार। फिर महाराज ने बाणी दे विच दस्सिया सानू, जे साडे दिमाग दे विच गल पै जाए, जे गुरु की कृपा हो जाए, ओंकार एक धुन एक है राग लापे। सारे सिस्टम को चलाने वाली धुन परमेश्वर का नाम, सच्चा नाम, सतनाम ओंकार है। जिन्हां दी भी सुरती ओंकार दे विच जुड़ गई, महाराज फरमांदे ने उन्हां दे मन दे विच आनंद, खेड़ा, शांति ते ओ इंसान राज कमाउणगे। साध संगत जी, इतिहास के पन्नियां नूं जे फोलीए, गुरु नानक देव महाराज ने सारी सृष्टि ते राज किया। बाबे तारे चार खंड, 9 खंड पृथ्वी सच्चा ढोआ। जिथे भी गए ने उथे राज किया। भावें मक्के गए आ, भावें मदीने गए आ, भावें चीन दे विच गए आ, श्रीलंका, किन्ना गुरु महाराज ने भ्रमण किया, उदासियां कीतियां। ते जिथे भी गए आ उत्थे चर्चा हुई है वड्डे वड्डे धार्मिक लोगों के नाल, मुलाणियां दे नाल, ब्राह्मण, पंडित, जोगी, सिद्ध। पर महाराज की जित हुई। नेचल राज कमाओ, मान सत्कार मिलिया। क्यों? महाराज अकाल पुरख का रूप सन, वो ओंकार शब्द आप सन। निरंकार आकार रूप जग मंडल करियो। निरंकार का आप रूप सन। उन्होंने अकाल पुरख वाहिगुरू ने, निरंकार वाहिगुरू ने अपना आकार बना के, भाव गुरु नानक देव जी का रूप धार के जग दे विच चानना कीता, राज कमाया। क्योंकि मन टिकिया होया सी। तुम घर आवो मेरे मीत, मेरे प्यारेओ सतसंगियो, तुसीं भी अपने निज घर दे विच आओ। दुनिया के विचारां दा, माया का खेड़ा छड्डो। तुमरे दोखी हर आप निवारे, अपता भई बतीत। जिहड़े तुहाडे दोखी ने, दुश्मन ने, कमादक वैरी ने, काम क्रोध लोभ मोह हंकार, यह वाहिगुरू आप तुहाडे ते कृपा करके उन्हां दा खात्मा कर देणगे। पंच दूत तुद वस कीते, काल कंटक मारिया। अपदा भाव हुंदा मुसीबत, दुख, कलेश। जदों तुहाडी सुरती उस परमात्मा दे सच्चे नाम नाल जुड़ेगी, तुहाडा मन टिक जाएगा ते तुहाडे जीवन दे विच अपदा नहीं आएगी, कोई दुख नहीं आएगा। रहाओ प्रगट कीने प्रभ करने हारे, नासन भजन थाके। इंसान अपने जीवन दे विच नसदा भजदा, पैसे कमाउण वास्ते, अपने आप नूं पालण वास्ते, खुशी प्राप्त करने वास्ते, भई होलीडे ते हो के आइए। गुरु महाराज फरमांदे ने भी जदों उस अकाल पुरख वाहिगुरू नाल बिरती जुड़दी है,
ਤੇ ਸਾਧ ਸੰਗਤ ਜੀ ਮਨ ਦੇ ਵਿੱਚ ਇੰਨਾ ਖੇੜਾ ਹੁੰਦਾ ਤੇ ਨੱਸਣ ਭੱਜਣ ਦੀ ਲੋੜ ਨਹੀਂ ਰਹਿ ਜਾਂਦੀ। ਘਰ ਮੰਗਲ ਵਾਜੈ ਨਿਤ ਵਾਜੈ, ਆਪਣੇ ਖਸਮ ਨਵਾਜੇ। ਆਪਣੇ ਘਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਖੁਸ਼ੀ ਦੇ ਗੀਤ ਵੱਜਦੇ ਹਨ। ਆਪਣੇ ਖਸਮ ਨਿਵਾਜੇ, ਕਿਉਂਕਿ ਆਪ ਖਸਮ ਤੁਹਾਨੂੰ ਨਿਵਾਜਦਾ, ਭਾਵ ਮਾਨ ਸਤਕਾਰ ਬਖਸ਼ਿਸ਼ ਕਰਦਾ। ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਕਦੀ ਡੋਲੋ ਨਾ। ਵੀ ਜੇ ਤੁਸੀਂ ਕੁਰਹਿਤ ਨਹੀਂ ਕਰਦੇ, ਆਪਣੇ ਮਿੱਤਰ ਨੂੰ ਕਦੀ ਮਿਲਦੇ ਹੋ ਤੁਸੀਂ 4 ਸਾਲਾਂ ਬਾਅਦ, ਤੇ ਮਿੱਤਰ ਕਹਿੰਦਾ ਆ ਜਾ ਭਾਈ ਬੋਤਲ ਖੋਲ ਲਾ, ਨਹੀਂ, ਅਸਥਿਰ ਰਹੋ ਡੋਲੋ ਮਤ ਕਬਹੂ, ਡੋਲਣਾ ਨਹੀਂ। ਜੇ ਸਾਧ ਸੰਗਤ ਜੀ ਕੋਈ ਲਾਲਚ ਆ ਜਾਂਦਾ, ਕਈ ਵਾਰੀ ਝੂਠ ਮਾਰ ਕੇ ਪੈਸਾ ਪ੍ਰਾਪਤ ਹੋ ਜਾਂਦਾ। ਹੁਣ ਕੌਂਸਲ ਨੂੰ ਕਹੋ ਵੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਸਾਧ ਸੰਗਤ ਜੀ ਕੌਂਸਲ ਤੁਹਾਨੂੰ ਪੈਸੇ ਦਿੰਦੀ ਆ, ਪਰ ਮਹਾਰਾਜ ਕਹਿੰਦੇ ਜੇ ਤੁਸੀਂ ਟੁਰ ਸਕਦੇ ਆ ਫਿਰ ਝੂਠ ਨਾ ਮਾਰਿਓ। ਕਿਸੇ ਵੀ ਮੌਕੇ ਤੇ ਝੂਠ ਨਾ ਮਾਰਿਓ। ਅਸਥਿਰ ਰਹੋ ਡੋਲੋ ਮਤ ਕਬਹੂ, ਮਾਇਆ ਨੂੰ ਦੇਖ ਕੇ ਡੋਲ ਨਾ ਜਾਣਾ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂਮੰਡਰ, ਮੁਖ ਉਜਲ ਦਰਬਾਰ। ਫਿਰ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਸਾਰੀ ਦੁਨੀਆ ਦੇ ਵਿੱਚ ਜੈ ਜੈਕਾਰ ਹੋਏਗੀ ਤੇ ਉਸ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਮੁਖ ਉਜਲਾ ਹੋਏਗਾ। ਜਿਨ ਕੇ ਜੀ ਤਿਨੇ ਹੀ ਫੇਰੇ, ਆਪੇ ਭਿਆ ਸਹਾਈ। ਜਿਹੜੇ ਮਾਲਕ ਨੇ ਫਿਰ ਦੁਨੀਆ 'ਚ ਭੇਜਿਆ ਵੀ ਫੇਰਾ ਲਾ ਕੇ ਆ, ਜਿੱਦਾਂ ਹੁੰਦੀ ਪ੍ਰਭਾਤ ਫੇਰੀ, ਫੇਰੀ ਦਾ ਭਾਵ ਚੱਕਰ ਲਾਣਾ, ਫੇਰੇ ਲਾਣਾ। ਜਿਨ ਕੇ ਦੀ ਜੀ ਤਿਨੇ ਹੀ ਫੇਰੇ, ਜਿਹੜੇ ਪ੍ਰਮਾਤਮਾ ਨੇ ਤੁਹਾਨੂੰ ਬਣਾਇਆ ਫਿਰ ਆਪ ਉਹ ਤੁਹਾਨੂੰ ਮੋੜ ਕੇ ਆਪਣੇ ਘਰ ਦੇ ਵਿੱਚ ਲੈ ਆਉਂਦਾ। ਆਪੇ ਭਿਆ ਸਹਾਈ, ਆਪ ਸਹਾਈ ਹੁੰਦਾ ਮਾਲਕ। ਅਚਰਜ ਕੀਆ ਕਰਨੇ ਹਾਰੇ, ਨਾਨਕ ਸੱਚ ਵਡਿਆਈ। ਇਹ ਮਾਲਕ ਦਾ ਅਚਰਜ ਹੈ, ਉਹਦੀ ਜੋ ਉਪਮਾ ਉਹ ਕੀਤੀ ਨਹੀਂ ਜਾ ਸਕਦੀ। ਮਾਲਕ ਅਚਰਜ ਰੂਪ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਸੋ ਗੁਰੂ ਮਹਾਰਾਜ ਰਹਿਮਤ ਕਰਨ, ਗੁਰੂ ਉਪਦੇਸ਼ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਬਾਕੀ ਦਾ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼੍ਰਵਣ ਕਰਨਾ ਜੀ। Today's ਹੁਕਮਨਾਮਾ is blessing from Sachkhand Sri Harimandir Sahib, composition of Dhan Dhan Guru Arjan Dev Ji Maharaj in Rag Tanasri. Rag Tanasri creates the calm and cheerful mood, helps to relax the mind so that we can have that focus on the essence of the Shabad. In today's Hukamnama, Guru Maharaj reveals that we have a worldly home address. We call it Kar. Home address is used for our ID, for our identification. If we want to apply for any job, any loan, or want to have our visa done, we need home address, so that if there is any problem, we can be traced. Guru Maharaj reveals that home address is temporary. As long as we are breathing, that address is valid. It's going to work. But it's not permanent. So in today's Hukamnama, Guru Maharaj reveals that we have a permanent home. If we enter into that permanent home, there is liberation. There is liberation from circle of birth and death. There is liberation from the temptations, and there will be absolute peace in our mind. So what is that house? So Guru Maharaj reveals, Jin tum bheje tine bulaye, sukh sahaj seti ghar aao. Almighty God, who has sent you into this world, Almighty God can help you
to call you back into your permanent home, then sukh sahaj seti kar aao. You will enter your true home, you will abide in peace, you will be immersed in God's love, you will be in Sahaj Avastha. Sahaj Avastha means something we do consciously and subconsciously. Without knowing, we do something. And one example I can find is process of breathing. When we sleep, we don't make effort to breathe, we just breathe. We have to breathe to live or to keep alive. Similarly, when we serve God without making effort, it becomes our second nature. That is called Sahaj. When it becomes second nature, not to tell lies, not to gossip, not to slander, that is Sahaj Avastha. When we don't take pride in our actions, in our deeds, in our possessions, and we always are humble, full of mercy, that is called Sahaj Avastha. So you are blessed with these qualities to remain absolutely peaceful. When, with God's mercy, we come back into our original home, the permanent home, which is our mind. Our mind runs around like mad. Even in the sleep, we dream. We dream about different things. So our mind is running out of our body, looking for peace externally. Why people go on holiday? People get happiness, change. So our mind runs around. Guru Maharaj reveals in the Bani, there is another Shabad, it's a beautiful Shabad. Jiyada means mind. Kabhu jiyada ub chadat hai, kabhu jaye pyale. Sometimes this mind is very high. It climbs up. If you have won the lottery, if you get some bonus, or you have achieved something in your life, your mind is very high. And sometime when you lose something or something bad happens in your life, kabhu jaye pyale. Pyale means deep down in the earth, depressed. Why it happens? Guru Maharaj reveals, because mind is hungry. Hungry for pride, hungry for material, hungry for fame, is greedy. Lobhi jiyada thir na rahat hai. Because of the greed, mind is never stable. Mind is running around. So mind is not in the true home, it's running out. Running around like mad. Chare kunda pale, and mind runs in four directions at a speed more than light of speed. Speed of light, beg your pardon. Speed of light is the fastest. Is faster than speed of the sound. But mind runs at many times of the speed of light. That's how fast our mind thinks. So mind is running out, never comes to recognize itself. Man tu jyot swaroop hai apna mool pachan. So if someone asks you what is your identity, how do you identify yourself? We are going to tell them which country we are born in, your family name, your home address, what job you do, what you have achieved in your life.
so people can relate. But all that identity is unreal, it's a dream. So that is what Guru Maharaj is telling us today. Nij ghar mahal pavo sukh sahje bor na hoego fera. You have a permanent house, your own house. That is what God is going to recognize. If you come into that house, you will enter into the palace of God. Mahal. Mahal means palace. Nij ghar mahal pavo sukh sahje bor na hoego fera. And then you will abide in peace. You won't have any more fera. Fera means round of death and birth cycle. How beautiful. Now, today's Hukamnama is making me think. I waste so much time thinking about things which don't matter. There were so many things 10 years ago I was worried about. But Satsangaji, when I think about those things now, I didn't have to be worried about those things. So it means if we connect to Vaheguru, Vaheguru can enable us to keep ourselves insulated from the temptations, from the worries, the misery of this world. That's the message of today's Hukamnama. Anand Mangal Gunagao Sahaj Tono, Nechal Raj Kamao. Now, which is the way to enter this house? It's so easy. In the morning, we read Sodar Bani. In the evening, we again read Sodar Bani. So dar keha, so kar keha, jitbay sarb samale, vaje tere naad anek asankha kete tere vaman hare. Almighty God, what is your house? Where is your house? And how do I enter into the gate of your house? And Guru Maharaj reveals only through the Vajje, Naad, Anek Asankha, through the Naad. If you connect your consciousness to the Naad, to the divine melody, Omkar, you can enter. So that's what Guru Maharaj is mentioning. Anand Mangal Gun Gao Sahaj Tun. If you focus your consciousness, your running mind into the Tun of Omkar, you will have bliss in your life, eternal joy in your life. You will carry on singing God's praises. Anand Mangal Gun Gao Sahaj Tun. Because you are now attuned to the Sahaj Tun. You are in the Sahaj Avastha. Nechal Raj Kamao. Now you are going to rule the world. Satsangaji, just think about Guru Nanak Dev Ji Maharaj. Guru Nanak Dev Ji Maharaj traveled on all the parts of the earth, liberated people with his power, with his wisdom, with his intellect. He had to deal with the spiritual people, so-called spiritual people, the Maulanas, the priest from the mosque, priest from the temples, the Brahmins, the Pandits. Guru Nanak Dev Ji Maharaj dealt with Siddhs, the Yogis. The reason Guru Nanak Dev Ji's mission was, if these leaders, they are enlightened, they will enlighten rest of the people. If they are groping in dark, if they are drowning themselves in the ignorance, how they can liberate people who come to the temples and gurdwaras and mosques and churches? So that was Guru Nanak Dev Ji's aim. All of those people, they wanted to defeat Guru Nanak Dev Ji Maharaj. They wanted to show Guru Nanak Dev Ji Maharaj that they were superior, but they could not. Why? You need to understand that. Guru Nanak Dev Ji's mind was within his cage, we can call it. Within the cage means mind was stable, connected to Omkar Tun.
And once you connect, you are blessed with the wisdom, you are blessed with the authority, you become the ruler. Jisno bakshe sifat salaha nanak padshaahi padshah. We don't understand this simple rule, yet it is difficult to practice. Guru Nanak Dev Ji Maharaj liberated people from the 9 continents of the earth. Babe tare char chak, no khand prithvi sacha toa. Bhai Gurdas Ji writes, Baba Nanak went to the 4 directions, north, south, east, west, liberated the people from the 9 continents of the earth. No khand prithvi sacha toa. Establish the truth in the world. And Satsang ji, it is our duty to spread that truth. Now it's a very simple message to all of us. What we are doing to spread Guru Nanak Dev Ji's message. Question for myself and yourself as well. What you are doing as Guru Nanak Dev Ji's Sikh, that every day you are spreading Guru Nanak Dev Ji's message. If you are not doing it, pray to Guru Maharaj. So Guru Maharaj can enable you. It's very important. We call ourselves Sikh of Guru Nanak Dev Ji Maharaj, disciples of Guru Nanak Dev Ji Maharaj. Have we done anything like our Guru did? So come back to your home. Think about it. Tum ghar aavo mere meet, oh my friend, come back to your permanent home. Within your mind, there is a palace of God. That is your true home. Tumre dokhi har aap nivare apda bhai batit rahao. God will help you to liberate yourself from your dokhi, your enemies. Satsang ji, we have internal enemies, which is our lust, anger, greed, attachments, and pride. We call them Panch Chor, the 5 thieves, or 5 robbers, which rob us day and night. इस देही अंदर 5 चोर वसें, काम क्रोध लोभ मोह अहंकारा, अमृत लूटै मन मुख नहीं बूझा, कोई ना सुने पुकारा. Lootai means rob. So if someone is proud, is being robbed. If someone is lustful or attached to the material, is being robbed of the Amrit. So my friend, तुम कर आवो मेरे मीत, तुमरे दोखी हर आप निवारे, अपदा भई बतीत. Your apda, your troubles will be thing of the past when you connect to Vaheguru. प्रगट किने प्रभ करने हारे, नासन भाजन थाके. Nasan bhajan means nasda bhajda. You are running around like mad. Once you come to your permanent home, your original home, all that running around will come to an end. Thak jayega, bas. Char kunt da this pramay thak aaye prabh ki sham. When you get tired, you will say to Vaheguru, I don't need anything, I need your love. Kar mangal vajay nit vajay apne khasam nivaje. The God will honor you and establish you as your own devotee. God will honor you. Astir raho dolo mat kabhu. There will be a lot of distractions in this world, but remain steadfast in Guru's hukam. Dolo mat kabhu. If someone invites you to have drink, alcohol, you say no. I'm absolutely committed to my Guru's words. If opportunity comes to tell lie and get some more money from the council, don't do it. Remain steadfast to Guru's words. People pretend to be disabled to get money and call themselves Guru da Sikh. Now, अस्थिर रहो डोलो मत कबहू गुर का बचन आधार जय जयकार सकल भू मंडल मुख उज्जवल दरबार. Maybe you have to live with small amount of money, but you will be honored in the whole world if you follow Guru's path. तिनके जिनके जी तिने ही फेरे आपे प्या सहाई अचर्ज किया करने हारे नानक सच वड्याई. Acharj means wonder.
God will show you miracle in your life. If you remain obedient to your Guru, the whole world will praise you. You will see that glory of God working in your life. So may Satguru bless you all. Forgive all the mistakes. Share Fateh of Guru Gobind Singh Ji Maharaj. Vaheguru Ji Ka Khalsa, Vaheguru Ji Ki Fateh.